ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ ਜੀ, ਹਿਰਦੈ ਧਿਆਵੋ। ਧੰਨ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸੁਭ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ, ਧੰਨ ਸਦਾ ਗੁਰ ਤੇਗ ਬਹਾਦਰ, ਕੀਨ ਬਹਾਦਰੀ ਰਾਖ ਦਿਖਾਏ। ਜੋ ਗੁਰ ਤੇ ਸਿੱਖ ਸੀਸ ਕੋ ਲਿਆਵ, ਬੂਝਤ ਤਾਹੇ ਸਮੀਪ ਬਿਠਾਏ। ਧੰਨ ਸਦਾ ਗੁਰ ਤੇਗ ਬਹਾਦਰ, ਕੀਨ ਬਹਾਦਰੀ ਰਾਖ ਦਿਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਕਾਲ ਪੁਰਖ ਅੰਤਰਜਾਮੀ, ਲੋਕ ਪਰਲੋਕ ਦੇ ਰੱਖਿਅਕ, ਸਦਾ ਸਹਾਈ ਸਦ ਬਖਸ਼ਿੰਦ, ਸਦਾ ਮਿਹਰਬਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਰਹਿਮਤ ਦਇਆ ਦਾ ਸਦਕਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੇ ਗੁਰ ਇਤਿਹਾਸ ਨੂੰ ਸਰਵਣ ਕਰ ਰਹੇ ਹਾਂ। ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ ਦੀਵਾਨ ਦੇ ਵਿੱਚ ਸੁਸ਼ੋਭਿਤ ਕਰਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਂਦਾ ਹੈ।
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਮਾਤਾ ਨਾਨਕੀ ਜੀ ਬਿਰਧ ਅਵਸਥਾ ਵਿੱਚ ਹਨ। ਕਈ ਦਿਨਾਂ ਤੋਂ ਬੈਰਾਗ ਕਰ ਕਰਕੇ ਦਿਲ ਬੜਾ ਕਮਜ਼ੋਰ ਹੋ ਗਿਆ, ਸਰੀਰ ਵੀ ਕਮਜ਼ੋਰ ਹੋ ਗਿਆ। ਮਾਤਾ ਗੁਜਰ ਕੌਰ ਜੀ ਕੋਲੇ ਬੇਅੰਤ ਸਿੱਖ, ਪੁਰਾਣੇ ਸਿੱਖ, ਜਿਨ੍ਹਾਂ ਨੂੰ ਮਸੰਦ ਕਹਿ ਕੇ ਪ੍ਰਚਾਰਕਾਂ ਨੂੰ ਉਸ ਵੇਲੇ ਸਤਿਕਾਰਿਆ ਜਾਂਦਾ, ਉਹ ਵੀ ਸਾਰੇ ਕੋਲੇ ਹਨ। ਬੇਅੰਤ ਸਿੱਖ ਸੰਗਤ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਹੈ। ਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਸੀਸ ਸ੍ਰੀ ਅਨੰਦਪੁਰ ਸਾਹਿਬ ਸੰਸਕਾਰ ਕੀਤਾ ਗਿਆ ਹੈ। ਗੁਰੂ ਮਹਾਰਾਜ ਸਾਹਿਬ ਮੁੜ ਕੇ ਜਿਸ ਸਥਾਨ ਤੇ ਸਤਿਗੁਰੂ ਬੈਠ ਕੇ ਦੀਵਾਨ ਸਜਾਉਂਦੇ, ਸਾਰੀ ਸਿੱਖ ਸੰਗਤ ਦੇ ਸਮੇਤ ਜਾ ਕੇ ਬਿਰਾਜੇ ਹਨ। ਭਾਈ ਜੈਤੇ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਕੋਲ ਬੁਲਾਇਆ। ਕੋਲ ਬੁਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਦੇ ਆ, ਭਾਈ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਕਿਵੇਂ ਦਿੱਲੀ ਦੇ ਵਿੱਚ ਪਾਪੀ ਔਰੰਗੇ ਦੇ ਸਿਰ ਇਸ ਭਾਣੇ ਨੂੰ ਵਰਤਾਇਆ ਤੇ ਉਹਦੇ ਰਾਜ ਦਾ ਪ੍ਰਤਾਪ ਘੱਟ ਕਰਨ ਵਾਸਤੇ, ਰਾਜ ਦੀਆਂ ਜੜ੍ਹਾਂ ਪੁੱਟਣ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਦੇ ਨਾਲ ਬਚਨ ਬਿਲਾਸ ਕੀਤੇ ਤੇ ਕਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਤੂੰ ਲੈ ਕੇ ਆਇਆ, ਉਹ ਸਾਰੀ ਵਾਰਤਾ ਪੁੱਛ ਰਹੇ ਆ। ਭਾਈ ਜੈਤਾ ਜੀ ਗੁਰੂ ਪਾਤਸ਼ਾਹ ਜੀ ਨੂੰ ਦੱਸ ਰਹੇ ਆ। ਆਓ ਉਸ ਪਾਵਨ ਪਵਿੱਤਰ ਗੁਰ ਇਤਿਹਾਸ ਨੂੰ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਅਮੋਲਕ ਸ਼ਬਦਾਂ ਵਿੱਚ ਕਾਵਿ ਵਿੱਚ ਅੰਕਿਤ ਕੀਤਾ। ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੀਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਦਾ ਗੁਰ ਤੇਗ ਬਹਾਦਰ, ਕੀਨ ਬਹਾਦਰੀ ਰਾਖ ਦਿਖਾਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਧੰਨ ਹਨ, ਜਿਨ੍ਹਾਂ ਨੇ ਬਹਾਦਰੀ ਕਰਕੇ ਹਿੰਦੂ ਕੌਮ ਦੀ ਖਾਤਰ ਹੋ ਰਹੇ ਜ਼ੁਲਮ ਨੂੰ ਰੋਕਣ ਦੀ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਹਾਦਰੀ ਕੀਤੀ ਹੈ ਅਤੇ ਦੂਸਰਿਆਂ ਦੇ ਧਰਮ ਦੀ ਰੱਖਿਆ ਕੀਤੀ ਹੈ। ਆਪ ਸਤਿਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ। ਹਾਂਜੀ। ਜੋ ਪੁਰ ਤੇ ਸਿੱਖ ਸੀਸ ਕੋ ਲਿਆਏ, ਬੂਝ ਤੇ ਤਾਹੇ ਸਪੀਪ ਬਿਠਾਏ। ਜਿਹੜਾ ਸਿੱਖ ਭਾਈ ਜੈਤਾ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਇਆ ਦਿੱਲੀ ਤੋਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸੱਦ ਕੇ ਭਾਈ ਜੈਤੇ ਨੂੰ ਸਾਰੀ ਗੱਲ ਪੁੱਛਣ ਵਾਸਤੇ ਆਪਣੇ ਕੋਲ ਬਿਠਾਇਆ ਹੈ। ਕਹਿਓ ਕਰ ਤੋਹੇ ਕੋ ਪ੍ਰਾਪਤ ਭਾ, ਕਿਨਹੂ ਨਾ ਪਿਖਿਓ ਨਾ ਕਹੂੰ ਅਟਕਾਏ। ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਜੈਤੇ ਜੀ ਨੂੰ ਪੁੱਛਦੇ ਆ ਕਿ ਭਾਈ ਜੈਤਿਆ, ਤੈਨੂੰ ਕਿਵੇਂ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪ੍ਰਾਪਤ ਹੋਇਆ, ਕਿਵੇਂ ਤੇਰੀ ਝੋਲੀ ਵਿੱਚ ਗੁਰੂ ਪਾਤਸ਼ਾਹ ਜੀ ਦਾ ਸੀਸ ਆਇਆ, ਕਿਨਹੂ ਨਾ ਭਿਖਿਓ, ਤੈਨੂੰ ਕਿਸੇ ਨੇ ਦੇਖਿਆ ਨਹੀਂ, ਨਾ ਕਹੂੰ ਅਟਕਾਏ, ਜਾਂ ਫਿਰ ਤੈਨੂੰ ਕਿਸੇ ਨੇ ਰੋਕਿਆ ਨਾ, ਇਹ ਸਾਰੀ ਵਾਰਤਾ ਦੱਸੋ। ਹਾਂਜੀ। ਰਾਖੇ ਖਰੇ ਗਨ ਹੋਏ ਸੁਚੇਤ, ਅਚੇਤ ਭਏ ਕਿਨ ਦੇਹੋ ਬਤਾਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਜੈਤੇ ਨੂੰ ਪੁੱਛਦੇ ਆ ਕਿ ਰਾਖੇ ਖਰੇ ਗਨ, ਕਿ ਬਹੁਤੇ ਲੋਕ ਰਾਖੇ ਖੜੇ ਸਨ, ਪਹਿਰੇਦਾਰ ਖੜੇ ਸਨ। ਇਤਨੀ ਉਹਨੇ ਆਪਣੀ ਫੌਜ ਲਾਈ ਹੋਈ ਸੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ਼ਹਾਦਤ ਦੇਣੀ ਸੀ ਤੇ ਹੋਏ ਸੁਚੇਤ, ਬੜੇ ਸੁਚੇਤ ਹੋ ਕੇ ਖੜੇ ਸਨ। ਸਾਰੇ ਬੜੇ ਸਾਵਧਾਨ ਹੋ ਕੇ ਸਿਪਾਹੀ ਖੜੇ ਸਨ, ਸ਼ਸਤਰਧਾਰੀ ਹੋ ਕੇ ਅਚੇਤ ਭਏ ਕਿਨ। ਉਹ ਸਾਰੇ ਕਿਵੇਂ ਅਚੇਤ ਹੋ ਗਏ, ਕਿਵੇਂ ਉਹ ਸਾਰੇ ਅਵੇਸਲੇ ਹੋ ਗਏ, ਦੇਹੋ ਬਿਤਾਏ। ਇਹ ਭਾਈ ਜੈਤਿਆ ਉਸ ਵੇਲੇ ਦੀ ਸਾਰੀ ਵਾਰਤਾ ਦੱਸ ਦੇਵ। ਹਾਥ ਕੋ ਜੋਰ ਬਖਾਨ ਕਰਿਓ, ਗੁਰਦੇਵ ਸਹਾਇ ਤੇ ਕਾਜ ਸਰੇ। ਦੋਵੇਂ ਹੱਥ ਜੋੜ ਕੇ ਬਖਾਨ ਕਰਿਓ। ਭਾਈ ਜੈਤਾ ਜੀ ਕਹਿਣ ਲੱਗਿਆ, ਗੁਰਦੇਵ ਸਹਾਇ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪ ਸਹਾਈ ਹੋਏ ਹਨ। ਉਹਨਾਂ ਦੇ ਸਹਾਈ ਹੋਣ ਦੇ ਨਾਲ ਕਾਜ ਸਰੇ। ਇਹ ਜੋ ਗੁਰੂ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਉਣ ਵਾਸਤੇ ਮੈਂ ਕਾਮਯਾਬ ਹੋਇਆ ਹਾਂ। ਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਲਿਆਉਣ ਦਾ ਕਾਰਜ ਜੋ ਮਹਾਰਾਜ ਸਾਹਿਬ ਜੀ ਨੇ ਮੈਨੂੰ ਸੌਂਪਿਆ ਸੀ, ਇਹ ਕਾਰਜ ਫੇਰ ਸਰਿਆ ਹੈ। ਗੁਰੂ ਸਾਹਿਬ ਜੀ ਆਪ ਸਹਾਈ ਹੋਏ ਹਨ। ਹਾਥ ਕੋ ਜੋਰ ਬਖਾਨ
ਮਹਾਰਾਜ ਸਾਹਿਬ ਜੀ ਨੂੰ ਦੱਸਣ ਲੱਗਿਆ ਭਾਈ ਜੈਤਾ, ਕਹਿਣ ਲੱਗਿਆ ਸੀਸ ਉੱਡਿਓ ਧਰ ਤੇ ਜਬ ਹੀ। ਜਦੋਂ ਉਹ ਜਲਾਦ ਨੇ, ਸੈਯਦ ਨੇ ਗੁਰੂ ਮਹਾਰਾਜ ਸਾਹਿਬ ਜੀ ਦੀ ਗਰਦਨ ਦੇ ਉੱਪਰ ਤਲਵਾਰ ਚਲਾਉਣ ਲੱਗਿਆ, ਮਹਾਰਾਜ ਸਾਹਿਬ ਜੀ ਦੇ ਉੱਪਰ ਤਲਵਾਰ ਦਾ ਵਾਰ ਕਰਨ ਲੱਗਿਆ। ਤਲਵਾਰ ਦਾ ਵਾਰ ਕਰਨ ਤੋਂ ਪਹਿਲਾਂ ਹੀ ਵਾਰ ਕਰਦੇ ਸਾਰ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਸੀ ਜਿਹੜਾ ਉਹ ਧੜ ਦੇ ਨਾਲ ਵੱਖ ਹੋ ਗਿਆ ਤੇ ਬਹੁਤ ਧੂੜ ਉੱਡੀ, ਸਭ ਨੈਣ ਭਰੇ। ਉਸੇ ਵੇਲੇ ਹਨੇਰੀ ਚੱਲਣ ਲੱਗ ਪਈ ਬੜੀ ਤੇਜ਼ ਤੇ ਧੂੜ ਉੱਡ ਕੇ ਸਾਰਿਆਂ ਦੇ ਅੱਖਾਂ ਵਿੱਚ ਪੈ ਗਈ। ਹਾਂਜੀ। ਸੀਸ ਵੱਲ ਨਾਹੇ ਕਿਨੂ ਅਵਲੋਕਨ ਕੀਨ, ਲਿਓ ਮੈਂ ਸੰਭਾਲ ਨਹੀਂ ਡਰੇ। ਇੱਥੇ ਅੱਛਾ, ਨਾਹੇ ਕਿਨੂ ਅਵਲੋਕਨ ਕੀਨ, ਕਹਿਣ ਲੱਗਿਆ ਮਹਾਰਾਜ ਜੀ ਜਿਸ ਵੇਲੇ ਧੂੜ ਉੱਡ ਕੇ ਸਾਰਿਆਂ ਦੇ ਅੱਖਾਂ ਵਿੱਚ ਪੈ ਗਈ ਤਾਂ ਨਾਹੇ ਕਿਨੂ ਅਵਲੋਕਨ ਕੀਨ, ਉਸ ਵੇਲੇ ਕਿਸੇ ਨੇ ਵੀ ਦੇਖਿਆ ਨਹੀਂ। ਲਿਓ ਮੈਂ ਸੰਭਾਲ, ਮੈਂ ਉਸੇ ਵੇਲੇ ਸਤਿਗੁਰੂ ਸਾਹਿਬ ਜੀ ਦਾ ਸੀਸ ਆਪਣੀ ਝੋਲੀ ਦੇ ਵਿੱਚ ਸੰਭਾਲ ਲਿਆ। ਨਾ ਹੀਏ ਡਰੇ, ਤਾਂ ਮੈਂ ਹਿਰਦੇ ਦੇ ਵਿੱਚ ਡਰਿਆ ਨਹੀਂ, ਮੈਂ ਤਤਪਰ ਰਿਹਾ। ਗੁਰੂ ਸਾਹਿਬ ਜੀ ਨੇ ਮੈਨੂੰ ਹੁਕਮ ਕੀਤਾ ਸੀ ਕਿ ਭਾਈ ਜੈਤਿਆ, ਜਿਸ ਵੇਲੇ ਸਾਡਾ ਸੀਸ ਤੇਰੀ ਝੋਲੀ ਵਿੱਚ ਆ ਜਾਵੇਗਾ, ਤੂੰ ਤੇਜ਼ੀ ਦੇ ਨਾਲ ਸੰਭਾਲ ਕੇ ਸਾਵਧਾਨ ਹੋ ਕੇ ਬਿਨਾਂ ਕਿਸੇ ਡਰੇ ਤੋਂ ਬੜੀ ਤੇਜ਼ੀ ਨਾਲ ਤੁਰਤ ਛੇਤੀ ਨਾਲ ਦਿੱਲੀ ਤੋਂ ਬਾਹਰ ਚਲੇ ਜਾਣਾ ਹੈ। ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਚਾਲੇ ਪਾ ਦੇਣੇ ਹਨ। ਇਸ ਕਰਕੇ ਮੈਂ ਫਟਾਫਟ ਗੁਰੂ ਪਾਤਸ਼ਾਹ ਜੀ ਦੇ ਸੀਸ ਨੂੰ ਆਪਣੀ ਝੋਲੀ ਦੇ ਵਿੱਚ ਸੰਭਾਲ ਲਿਆ। ਗੁਰੂ ਮਹਾਰਾਜ ਸਾਹਿਬ ਜੀ ਰਖਵਾਲੇ ਸਨ, ਨਾ ਹੀ ਇਹ ਡਰੇ, ਇਸ ਕਰਕੇ ਮੈਂ ਹਿਰਦੇ ਵਿੱਚ ਡਰਿਆ ਨਹੀਂ। ਹਾਂਜੀ। ਰੋਰ ਪਰਿਓ ਸਭ ਮੈਂ ਸੁਨ ਕੇ, ਚੱਲ ਸ਼ੀਕਰ ਪਰਿਓ ਗਹਿ ਬੋ ਨਾ ਕਰੇ। ਕਹਿਣ ਲੱਗੇ ਵੀ ਉਸ ਵੇਲੇ ਬਹੁਤ ਵੱਡਾ ਸਾਰਿਆਂ ਵਿੱਚ ਰੌਲਾ ਪੈ ਗਿਆ, ਜਿਹਨੂੰ ਸੁਣ ਕੇ ਮੈਂ ਛੇਤੀ ਚੱਲ ਪਿਆ ਤਾਂ ਕਿ ਮੈਨੂੰ ਕੋਈ ਫੜ ਨਾ ਲਵੇ, ਮੈਨੂੰ ਕੋਈ ਦੇਖ ਨਾ ਲਵੇ। ਮੈਂ ਕਾਹਲੀ ਦੇ ਨਾਲ ਉੱਥੇ ਵਗਦੀ ਹੋਈ ਹਨੇਰੀ ਵਿੱਚੋਂ ਬੜੀ ਧੂੜ ਉੱਡ ਰਹੀ ਹੈ, ਸਭ ਦੇ ਅੱਖਾਂ ਵਿੱਚ ਪੈ ਗਈ ਤਾਂ ਸਾਰੇ ਪਾਸੇ ਗੁਰੂ ਪਾਤਸ਼ਾਹ ਜੀ ਦਾ ਸੀਸ ਧੜ ਨਾਲ ਜਦੋਂ ਨਹੀਂ, ਇਹ ਦੇਖ ਕੇ ਕੱਲਾ ਧੜ ਗੁਰੂ ਮਹਾਰਾਜ ਸਾਹਿਬ ਜੀ ਦਾ ਬਿਨਾਂ ਸੀਸ ਤੋਂ ਹੈ, ਇਹ ਦੇਖ ਕੇ ਹਾਹਾਕਾਰ ਮਚ ਗਈ। ਲੋਕ ਘਰਾਂ ਨੂੰ ਦੌੜਨ ਲੱਗ ਗਏ, ਸਾਰੇ ਪਾਸੇ ਹਾਹਾਕਾਰ ਹੋ ਗਈ ਹੈ। ਸਭ ਦੇ ਹਿਰਦੇ ਦਹਿਲ ਗਏ, ਦਿਲ ਦਹਿਲ ਗਏ ਵੀ ਇਸ ਨਰੰਗੇ ਨੇ, ਦੁਸ਼ਟ ਨੇ ਕੀ ਭਾਣਾ ਵਰਤਾ ਦਿੱਤਾ। ਸੋ ਮੈਂ ਉਧਰਲੇ ਪਾਸੇ ਦਵਾ ਦਵ ਸਤਿਗੁਰੂ ਜੀ ਦਾ ਸੀਸ ਲੈ ਕੇ ਛੇਤੀ ਦੇ ਨਾਲ, ਬੜੀ ਕਾਹਲੀ ਦੇ ਨਾਲ ਦਿੱਲੀ ਨਗਰ ਦੇ ਵਿੱਚੋਂ ਬਾਹਰ ਨੂੰ ਚੱਲ ਪਿਆ। ਹਾਂਜੀ। ਪੌਰ ਕੇ ਠੌਰ ਖਰੇ ਨਰ ਕੇਤਕ, ਮੈਂ ਕਰ ਸਾਹਸ ਬੇਗ ਹੀ ਧਾਇਓ। ਕਹਿਣ ਲੱਗਿਆ ਮਹਾਰਾਜ ਜੀ, ਕੁਝ ਲੋਕ ਜਾਂ ਸਿਪਾਹੀ ਜਿਹੜੀ ਕੋਤਵਾਲੀ ਸੀ ਉਹਦੇ ਦਰਵਾਜ਼ੇ ਵਿੱਚ ਖੜੇ ਸਨ। ਮੈਂ ਕਰ ਸਾਹਸ ਬੇਗ ਹੀ, ਪਰ ਮੈਂ ਸਾਹਸ ਹੁੰਦਾ ਉਦਮ, ਮੈਂ ਉਦਮ ਕਰਕੇ ਛੇਤੀ ਦੇ ਨਾਲ ਹੀ ਧਾਇਓ, ਬੜੀ ਤੇਜ਼ੀ ਦੇ ਨਾਲ ਦੌੜਿਆ। ਉਹਨਾਂ ਨੂੰ ਦੇਖ ਕੇ ਉਹਨਾਂ ਦੇ ਕੋਲ ਦੀ ਬੜੀ ਤੇਜ਼ੀ ਨਾਲ ਤੁਰ ਪਿਆ। ਹਾਂਜੀ। ਰੋਕ ਨਾ ਟੋਕ ਕਰੀ ਕਿਨਹੂ, ਪੁਰ ਤਿਆਗਤ ਆਪਣੇ ਪੰਥ ਸਿਧਾਇਓ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਹਾਦਤ ਦੇਣ ਨੂੰ ਆਉਂਦੇ ਸਨ, ਉਸ ਵੇਲੇ ਮੈਨੂੰ ਕੋਲ ਬੁਲਾ ਕੇ ਸਤਿਗੁਰੂ ਜੀ ਨੇ ਕਿਹਾ ਸੀ, ਭਾਈ ਜੈਤਿਆ, ਤੈਨੂੰ ਕੋਈ ਨਹੀਂ ਰੋਕੇਗਾ, ਤੈਨੂੰ ਕੋਈ ਨਹੀਂ ਪਹਿਚਾਣੇਗਾ, ਤੂੰ ਕਿਸੇ ਡਰ ਤੋਂ ਬਗੈਰ ਡਰ ਰਹਿਤ ਹੋ ਕੇ, ਨਿਡਰ ਹੋ ਕੇ ਸਾਡਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਜਾਣ। ਇਸ ਕਰਕੇ ਮੇਰੇ ਮਨ ਵਿੱਚ ਇਹ ਭਰੋਸਾ ਸੀ, ਗੁਰੂ ਮਹਾਰਾਜ ਸਾਹਿਬ ਜੀ ਆਪ ਸਹਾਈ ਹੋ ਰਹੇ ਹਨ, ਤਾਂ ਰੋਕ ਨਾ ਟੋਕ ਕਰੀ ਕਿਨਹੂ। ਕਹਿਣ ਲੱਗੇ ਕਿਸੇ ਨੇ ਵੀ ਮੈਨੂੰ ਰੋਕਿਆ ਟੋਕਿਆ ਨਹੀਂ, ਪਰ ਤਿਆਗਤ ਆਪਨੇ ਪੰਥ ਸੁਧਾਇਓ। ਮੈਂ ਛੇਤੀ ਦੇ ਨਾਲ ਦਿੱਲੀ ਨਗਰੀ ਨੂੰ ਛੱਡਦਾ ਹੋਇਆ ਆਪਣੇ ਰਾਹੇ ਦਾ ਚੱਲ ਪਿਆ ਸ੍ਰੀ ਅਨੰਦਪੁਰ ਸਾਹਿਬ। ਸੋ ਪਛਤਾਤ ਲੱਗੇ ਸਭ ਖੋਜਨ, ਬਹੁਤ ਅਚੰਭ ਨਹੀਂ ਜਮ ਪਾਇਓ। ਕਹਿਣ ਲੱਗੇ ਮੇਰੇ ਤੋਂ ਪਿੱਛੋਂ ਬੜੀ ਛੇਤੀ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਉਹ ਸਾਰੇ ਸਿਪਾਹੀ ਲੱਭਣ ਲੱਗੇ ਤੇ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਕਿੱਧਰ ਚਲਿਆ ਗਿਆ। ਬਹੁਤ ਅਚੰਭ, ਉਹ ਬੜੇ ਹੈਰਾਨ ਹੋ ਗਏ, ਨਹੀਂ ਜਬ ਪਾਇਓ। ਜਦੋਂ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਉਹਨਾਂ ਨੂੰ ਲੱਭਿਆ ਨਹੀਂ, ਉਹਨਾਂ ਨੂੰ ਕਿਤੇ ਵੀ ਥਿਆਇਆ ਨਹੀਂ, ਕਿਤੇ ਵੀ ਭਾਲਿਆ ਨਹੀਂ ਗਿਆ, ਤਾਂ ਇਸ ਗੱਲ ਨੂੰ ਦੇਖ ਕੇ ਵੀ ਸੀਸ ਕਿੱਧਰ ਨੂੰ ਚਲਿਆ ਗਿਆ,
ਤਾਂ ਫਿਰ ਉਹਨਾਂ ਨੇ ਜਾ ਕੇ ਦੱਸਿਆ ਵੀ ਸੀ ਔਰੰਗਜ਼ੇਬ ਨੂੰ ਵੀ ਸਮਝ ਤੋਂ ਬਾਹਰ ਹੋ ਗਈ ਗੱਲ, ਸੀਸ ਅਸਮਾਨ ਵੱਲ ਨੂੰ ਉੱਡ ਗਿਆ ਜਾਂ ਫਿਰ ਸੀਸ ਜਿਹੜਾ ਉਹ ਧਰਤੀ ਦੇ ਵਿੱਚ ਚਲਿਆ ਗਿਆ, ਵੀ ਸਮਝ ਤੋਂ ਪਰੇ ਹੈ। ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਕਿੱਧਰ ਚਲਿਆ ਗਿਆ? ਤੇ ਉਹ ਤਲਵਾਰ ਜਿਸ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਆਪ ਕਹਿ ਕੇ ਤਲਵਾਰ ਦੇ ਉੱਪਰ ਕਾਗਜ਼ ਬਣਵਾਇਆ ਸੀ, ਕਾਗਜ਼ ਦੇ ਉੱਪਰ ਕੱਚਾ ਧਾਗਾ ਬਣਵਾਇਆ ਸੀ ਗੁਰੂ ਮਹਾਰਾਜ ਨੇ। ਕਹਿਣ ਲੱਗੇ ਇਹ ਤਿੱਖੀ ਤਲਵਾਰ ਜੋ ਤੋਸ਼ੇ ਖਾਨੇ ਦੇ ਵਿੱਚ ਉਹਦੇ ਸ਼ਾਸਤਰਾਂ ਦੇ ਵਿੱਚ ਔਰੰਗਜ਼ੇਬ ਦੇ ਸਭ ਤੋਂ ਵਧੀਆ ਤਲਵਾਰ ਸੀ, ਉਹਦੇ ਨਾਲ ਹੋਰ ਵਧੀਆ ਤਲਵਾਰ ਕੋਈ ਨਹੀਂ ਸੀ। ਉਹ ਤਲਵਾਰ ਉਹਨੇ ਮੰਗਵਾਈ ਸੀ। ਗੁਰੂ ਮਹਾਰਾਜ ਸਾਹਿਬ ਕਹਿੰਦੇ ਤੁਹਾਡੀ ਤਲਵਾਰ, ਜੇ ਤੂੰ ਇਹ ਅਰਥ ਪੁੱਛਣੇ ਚਾਹੁੰਦਾ ਕਿ ਤੇਗ ਬਹਾਦਰ ਨਾਂ ਦੇ ਅਰਥ ਕੀ ਹਨ, ਤਾਂ ਫਿਰ ਤਲਵਾਰ ਉੱਪਰ ਕਾਗਜ਼ ਬੰਨ੍ਹ ਕੇ ਉਹਦੇ ਉੱਪਰ ਕੱਚਾ ਧਾਗਾ ਬੰਨ੍ਹ ਕੇ ਤਾਂ ਸਾਡੇ ਉੱਤੇ ਵਾਰ ਕਰਕੇ ਦੇਖ ਲੈ, ਤੈਨੂੰ ਪਤਾ ਲੱਗ ਜਾਵੇਗਾ ਕਿ ਤੇਗ ਬਹਾਦਰ ਦੇ ਅਰਥ ਕੀ ਹਨ। ਸੋ ਇਸ ਕਰਕੇ ਜਦੋਂ ਉਹਨੇ ਵਾਰ ਕੀਤਾ ਸੈਯਦ ਨੇ, ਤਾਂ ਉਹ ਤਲਵਾਰ ਉੱਪਰ ਉਵੇਂ ਜਿਵੇਂ ਧਾਗਾ ਵੀ ਤੇ ਕਾਗਜ਼ ਵੀ ਲੱਗਾ ਰਹਿ ਗਿਆ, ਨਾ ਕਾਗਜ਼ ਕੱਟ ਹੋਇਆ ਨਾ ਧਾਗਾ ਕੱਟ ਹੋਇਆ। ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਪਹਿਲਾਂ ਹੀ ਭਾਈ ਜੈਤਾ ਜੀ ਦੀ ਬੁੱਕਲ ਵਿੱਚ ਝੋਲੀ ਵਿੱਚ ਆ ਗਿਆ। ਉਹ ਹੈਰਾਨ ਹੋ ਕੇ ਜਾ ਕੇ ਸੈਯਦ ਨੇ ਦੱਸਿਆ ਔਰੰਗਜ਼ੇਬ ਨੂੰ ਕਿ ਦੇਖੋ ਆ ਕੀ ਕਲਾ ਵਰਤਾਈ ਹੈ, ਕੀ ਭਾਣਾ ਵਰਤਾਇਆ ਹੈ, ਇਹ ਤੇਰੇ ਸਿਰ ਦੇ ਉੱਤੇ ਦੋਸ਼ ਮੜ ਦਿੱਤਾ ਹੈ ਉਹਨਾਂ ਨੇ ਸ਼ਹਾਦਤ ਦੇ ਕੇ, ਪਰ ਮੇਰੀ ਤਲਵਾਰ ਜਾ ਕੇ ਉਹਨਾਂ ਦੀ ਗਰਦਨ ਨੂੰ ਲੱਗੀ ਨਹੀਂ ਹੈ, ਮੇਰਾ ਵਾਰ ਲੱਗਿਆ ਨਹੀਂ। ਮੈਂ ਜਦੋਂ ਤਲਵਾਰ ਚਲਾਈ ਇੰਨੇ ਜ਼ੋਰ ਨਾਲ ਮੇਰੀਆਂ ਬਾਹਾਂ ਨੂੰ ਝੜਕਾ ਵੱਜਿਆ, ਮੈਨੂੰ ਪਤਾ ਲੱਗਿਆ ਕਿ ਮੇਰਾ ਵਾਰ ਖਾਲੀ ਚਲਿਆ ਗਿਆ, ਲੱਗਿਆ ਨਹੀਂ ਹੈ। ਸੋ ਇਸ ਕਰਕੇ ਇੱਥੇ ਹੁਣ ਕਵੀਰਾਜ ਜੀ ਨੇ ਵੀ ਲਿਖਿਆ, ਕਹਿਣ ਲੱਗੇ ਵੀ ਲੈ ਗਮਨਿਓ ਅਨੁਮਾਨ ਕਰਿਓ, ਤਿੰਨ ਤਉ ਅਸਵਾਰਨ ਬ੍ਰਿੰਦ ਚੜਾਇਓ। ਜਦੋਂ ਉਹਨਾਂ ਨੇ ਰੌਲਾ ਪੈ ਗਿਆ ਹੈਰਾਨ ਹੋ ਗਏ ਸਾਰੇ, ਬਈ ਹੁਣ ਸਾਨੂੰ ਲੱਭਿਆ ਨਹੀਂ, ਕਿੱਥੇ ਚਲਿਆ ਗਿਆ ਸੀਸ। ਉਹ ਸੈਯਦ ਵੀ ਹੈਰਾਨ ਹੋ ਗਿਆ ਵੀ ਤਲਵਾਰ ਉੱਪਰ ਕਾਗਜ਼ ਤੇ ਧਾਗਾ ਵੀ ਉਵੇਂ ਜਿਵੇਂ ਹੈ, ਇਹ ਹੁਣ ਸੀਸ ਕਿੱਧਰ ਚਲਿਆ ਗਿਆ ਗੁਰੂ ਮਹਾਰਾਜ ਸਾਹਿਬ ਜੀ ਦਾ, ਕੱਲਾ ਧੜ ਗੁਰੂ ਪਾਤਸ਼ਾਹ ਜੀ ਦਾ ਉੱਥੇ ਹੈ। ਤਾਂ ਕਵੀਰਾਜ ਜੀ ਲਿਖਦੇ ਆ ਬਈ ਭਾਈ ਜੈਤਾ ਕਹਿੰਦਾ ਲੈ ਗਮਨਿਓ, ਮੈਂ ਉਸੇ ਵੇਲੇ ਇਹ ਲੈ ਕੇ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਬੜੀ ਤੇਜ਼ੀ ਨਾਲ ਚੱਲ ਪਿਆ, ਤੇ ਉਹਨਾਂ ਨੇ ਵੀ ਅਨੁਮਾਨ ਲਾ ਲਿਆ ਕਿ ਕੋਈ ਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਨੂੰ ਲੈ ਕੇ ਚਲਿਆ ਗਿਆ। ਤੋ ਸਵਾਰਨ ਬ੍ਰਿੰਦ ਚੜਾਇਓ, ਉਸੇ ਵੇਲੇ ਬਹੁਤੇ ਘੋੜ ਸਵਾਰ ਸਾਰਿਆਂ ਪਾਸਿਆਂ ਨੂੰ ਲੱਭਣ ਵਾਸਤੇ ਉਹਨਾਂ ਨੇ ਘੋੜਿਆਂ ਤੇ ਚੜਾ ਦਿੱਤੇ। ਤਾਂ ਬੜੇ ਪਾਸੇ ਸਾਰੇ ਪਾਸੇ ਰੌਲਾ ਪੈ ਗਿਆ ਹੈ। ਆਨ ਮਿਲੇ ਕੁਝ ਕੇਤਕ ਦੂਰ, ਲਖਿਓ ਤਿਨ ਕੋ ਮਨ ਮੈਂ ਡਰ ਪਾਇਓ। ਕਹਿਣ ਲੱਗੇ ਕੁਝ ਕੁ ਦੂਰੀ ਤੇ ਕੁਝ ਘੋੜ ਸਵਾਰ ਮੈਨੂੰ ਆ ਕੇ ਮਿਲੇ, ਤੇ ਉਹਨਾਂ ਨੂੰ ਵੇਖ ਕੇ ਮੇਰਾ ਮਨ ਥੋੜਾ ਜਿਹਾ ਡੋਲਿਆ ਕਿ ਕਿਤੇ ਐਸਾ ਨਾ ਹੋ ਜਾਵੇ ਇਹ ਮੈਨੂੰ ਪੁੱਛ ਲੈਣ ਕਿ ਇਹ ਕੱਪੜੇ ਦੇ ਵਿੱਚ ਕੀ ਲਪੇਟਿਆ ਹੋਇਆ। ਇਸ ਕਰਕੇ ਥੋੜਾ ਜਿਹਾ ਮੇਰਾ ਦੇਖ ਕੇ ਮਨ ਉਹਨਾਂ ਨੂੰ ਦੇਖ ਲਿਆ। ਹਾਂਜੀ। ਮਾਰਗ ਮੈਂ ਸਕਟੇ ਗਮ ਨੈ, ਪਿਖ ਏਕ ਮੈਂ ਸੀਸ ਗੁਰੂ ਕੋ ਟਿਕਾਇਓ। ਕਵੀਰਾਜ ਜੀ ਲਿਖਦੇ ਆ, ਭਾਈ ਜੈਤਾ ਕਹਿੰਦੇ ਵੀ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਭਾਈ ਜੈਤਾ ਸੁਣਾ ਰਿਹਾ, ਕਹਿੰਦਾ ਮਾਰਗ ਮੇ ਸਕਟੈ ਗਮ ਨੇ, ਮਾਰਗ ਦੇ ਵਿੱਚ ਰਸਤੇ ਵਿੱਚ ਕੁਝ ਗੱਡੇ ਜਾਂਦੇ ਸਨ, ਉਹਨਾਂ ਨੂੰ ਦੇਖ ਕੇ ਨਾ ਏਕ ਮੈਂ ਸੀਸ ਗੁਰੂ ਕੋ ਟਿਕਾਇਓ, ਮੈਂ ਇੱਕ ਗੱਡੇ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਟਿਕਾ ਦਿੱਤਾ। ਜਦੋਂ ਦੇਖਿਆ ਕਿ ਘੋੜ ਸਵਾਰ ਆ ਗਏ ਹਨ, ਸੇ ਅਸਵਾਰ ਵੱਡੇ ਕਰ ਜੈ, ਅਬ ਲੋਕਤ ਖੋਜਤ ਜੋ ਨਰ ਪਾਇਓ। ਉਹ ਜਿਹੜੇ ਘੋੜ ਸਵਾਰ ਹੈ ਉਹ ਗੱਡਿਆਂ ਵਾਲਿਆਂ ਨੂੰ ਝਿੜਕਦੇ ਆ, ਅਵਲੋਕਤ ਦੇਖਦੇ ਆ, ਖੋਜਤ ਲੱਭਦੇ ਫਿਰਦੇ ਆ, ਜੋ ਨਰ ਪਾਇਓ, ਜਿਹੜੇ ਵੀ ਉਹ ਗੱਡੇ ਲੈ ਕੇ ਜਾ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਦੇਖਦੇ ਆ, ਉਹਨਾਂ ਦੀ ਤਲਾਸ਼ੀ ਲੈਂਦੇ ਆ, ਤੇ ਨਾਲੇ ਉਹਨਾਂ ਨੂੰ ਝਿੜਕਾਂ ਮਾਰ ਰਹੇ ਆ, ਤਾੜਨਾ ਕਰਦੇ ਹਨ। ਮੋਕੋ ਆਨ ਕਹਿਓ ਥਿਰ ਹੋਵੋ, ਦੇਖਤ ਪੇ ਪਟ ਕੋ ਛੁਟਕਾਇਓ। ਕਹਿਣ ਲੱਗਿਆ ਜੀ ਮੈਨੂੰ ਵੀ ਆ ਕੇ ਉਹ ਘੋੜ ਸਵਾਰਾਂ ਨੇ ਕਿਹਾ, ਕਹਿਣ ਲੱਗੇ ਭਾਈ ਤੂੰ ਵੀ ਇੱਥੇ ਖੜ ਜਾ, ਖਲੋ ਜਾ ਇੱਥੇ ਹੀ। ਕਹਿੰਦੇ ਮੇਰੇ ਕੋਲ ਜਿਹੜਾ ਕੱਪੜਾ ਸੀ, ਚਾਦਰ ਸੀ, ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਮੈਂ ਸੀਸ ਲਪੇਟਿਆ ਸੀ, ਉਹ ਚਾਦਰ ਵਾਲਾ ਕੱਪੜਾ ਮੇਰੇ ਤੋਂ ਪੁੱਛਿਆ ਇਹਦੇ ਵਿੱਚ ਕੀ ਹੈ। ਕਹਿੰਦੇ ਮੈਂ ਪਹਿਲਾਂ ਸਤਿਗੁਰੂ ਜੀ ਦਾ ਸੀਸ ਗੱਡੇ ਵਿੱਚ ਟਿਕਾ ਦਿੱਤਾ, ਜਦੋਂ ਮੇਰੇ ਕੋਲ ਆਏ ਤਾਂ ਮੈਂ ਕੱਪੜਾ ਝਾੜ ਕੇ ਦਿਖਾ ਦਿੱਤਾ ਕਿ ਇਹਦੇ ਵਿੱਚ ਤਾਂ ਕੁਝ ਨਹੀਂ, ਮੇਰੇ ਕੋਲੇ ਕੁਝ ਵੀ ਨਹੀਂ ਹੈ। ਫੇਰ ਲੱਗੇ ਸਕਟ
ਫਿਰ ਕਹਿੰਦੇ ਸਾਰਿਆਂ ਗੱਡਿਆਂ ਨੂੰ ਵੇਖਣ ਲੱਗੇ ਆ ਤੇ ਰੋਕ ਕੇ ਸਾਰਿਆਂ ਦੀ ਤਲਾਸ਼ੀ ਲੈਣ ਲੱਗੇ ਆ। ਸਾਰਿਆਂ ਨੂੰ ਕੱਲੇ ਕੱਲੇ ਗੱਡੇ ਕਰਕੇ ਲੱਭਦੇ ਫਿਰਦੇ ਹਨ। पाछल को जब देखत पे तब शीस गयो जो हुदो सब आगे। ਕਹਿਣ ਲੱਗੇ ਜਦੋਂ ਪਿੱਛੇ ਵਾਲੇ ਗੱਡੇ ਨੂੰ ਦੇਖਦੇ ਆ ਤਾਂ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਆਪਣੇ ਆਪ ਹੀ ਪਹਿਲੇ ਗੱਡੇ ਵਿੱਚ ਲਿਆ ਜਾਂਦਾ। ਜਦੋਂ ਅਗਲੇ ਗੱਡਿਆਂ ਨੂੰ ਲੱਭਣ ਲੱਗਦੇ ਤੇ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਆਪਣੇ ਆਪ ਹੀ ਜਿਹੜੇ ਪਿੱਛੇ ਆਉਂਦੇ ਸਨ ਗੱਡੇ ਉਹਨਾਂ ਗੱਡਿਆਂ ਵਿੱਚ ਆ ਜਾਂਦਾ ਹੈ। नाहन प्राप्त पा जब हूँ तब आग लेहन को अनराते। ਕਹਿੰਦੇ ਜਦੋਂ ਪਿਛਲਿਆਂ ਗੱਡਿਆਂ ਵਿੱਚੋਂ ਗੁਰੂ ਪਾਤਸ਼ਾਹ ਜੀ ਦਾ ਸੀਸ ਲੱਭਦਾ ਨਹੀਂ ਤਾਂ ਉਦੋਂ ਅਗਲੇ ਵਾਲੇ ਗੱਡਿਆਂ ਵੱਲ ਨੂੰ ਭੱਜ ਲੈਂਦੇ ਆ, ਉਹਨਾਂ ਨੂੰ ਜਾ ਕੇ ਦੇਖਦੇ ਹਨ। पाछल में पुन आए गयो सिर हार परे 60 सो एक ठागे। ਕਵੀ ਰਾਜ ਜੀ ਲਿਖਦੇ ਕਿ ਭਾਈ ਜੈਤਾ ਜੀ ਸੁਣਾਉਂਦੇ ਆ ਜਦੋਂ ਇਸ ਤਰ੍ਹਾਂ ਪਿੱਛੇ ਵਾਲੇ ਗੱਡਿਆਂ ਨੂੰ ਫਿਰ ਅਗਲੇ ਵਾਲੇ ਗੱਡਿਆਂ ਨੂੰ ਲੱਭਦੇ ਲੱਭਦੇ ਥੱਕ ਗਏ ਤਾਂ ਮੂਰਖ ਗੁਰੂ ਪਾਤਸ਼ਾਹ ਜੀ ਦਾ ਸੀਸ ਲੱਭਦੇ ਲੱਭਦੇ ਹੰਭ ਗਏ, ਥੱਕ ਗਏ। ਤਾਂ ਕਹਿੰਦੇ ਇਸ ਢੰਗ ਦੇ ਨਾਲ ਆਪਣੀ ਚਤੁਰਾਈ ਨੂੰ ਚਾਹੇ ਉਹ ਲੱਖ ਵਰਤਦੇ ਰਹੇ ਫਿਰ ਵੀ ਐਸੀ ਕਲਾ ਵਰਤੀ ਜੋ ਆਪਣੇ ਆਪ ਵਿੱਚ ਹੀ ਠੱਗੇ ਗਏ ਮੂਰਖ ਔਰੰਗਜ਼ੇਬ ਦੇ ਸਿਪਾਹੀ, ਔਰੰਗਜ਼ੇਬ ਦੇ ਕਰਮਚਾਰੀ, ਪਹਿਰੇਦਾਰ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਦਾ ਸੀਸ ਨਹੀਂ ਲੱਭਿਆ। ਹਾਂਜੀ, दोहरा गुर सिर एक मो कहो दिखत अपर न देखत कोय। ਭਾਈ ਜੈਤਾ ਕਹਿੰਦੇ ਸਤਿਗੁਰੂ ਜੀ ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਇਕੱਲੇ ਮੈਨੂੰ ਹੀ ਦਿਖਦਾ ਸੀ, ਹੋਰ ਕਿਸੇ ਨੂੰ ਵੀ ਗੁਰੂ ਪਾਤਸ਼ਾਹ ਜੀ ਦਾ ਸੀਸ ਨਹੀਂ ਸੀ ਦਿਖਦਾ। ਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਇਕੱਲੇ ਮੈਨੂੰ ਹੀ ਹੋ ਰਹੇ ਸਨ। खोज हटे नर पंथ को गमने पूर्ण निज सोए। ਕਹਿਣ ਲੱਗੇ ਵੀ ਉਹ ਸਾਰੇ ਜਦੋਂ ਲੱਭ ਲੱਭ ਕੇ ਹਟ ਗਏ, ਉਹ ਸਾਰੇ ਤਲਾਸ਼ੀ ਲੈ ਲੈ ਕੇ ਹੰਭ ਗਏ ਤਾਂ ਫਿਰ ਆਪਣੇ ਰਾਹੇ ਦਾ ਉਹ ਤੁਰ ਪਏ ਛੱਡ ਕੇ ਸਾਰੇ ਗੱਡਿਆਂ ਨੂੰ। ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਉਸ ਗੱਡੇ ਵਿੱਚ ਸੁਸ਼ੋਭਿਤ ਹੈ। गए दिखन ते रह गए तब मैं शीस संभार। ਕਹਿਣ ਲੱਗੇ ਜਦੋਂ ਉਹ ਆਪਣੇ ਰਾਹ ਨੂੰ ਮੁੜ ਗਏ ਤਾਂ ਦੂਰ ਜਦੋਂ ਮੈਨੂੰ ਦਿਖਣੋਂ ਹਟ ਗਏ ਤਾਂ ਮੈਂ ਜਾ ਕੇ ਉਸ ਗੱਡੇ ਦੇ ਵਿੱਚੋਂ ਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਨੂੰ ਪ੍ਰੇਮ ਦੇ ਸਹਿਤ ਸੰਭਾਲ ਲਿਆ, ਪਹਿਲਾਂ ਦੀ ਤਰ੍ਹਾਂ ਵਸਤਰ ਦੇ ਵਿੱਚ ਲਪੇਟ ਲਿਆ ਹੈ। बिस्तरन बिख्या लपेट के लीन हो निज सिर धार। ਵਸਤਰਨ ਵਿਖੇ ਮਹਾਰਾਜ ਸਾਹਿਬ ਜੀ ਦੇ ਇੱਥੇ ਸਿਹਾਰੀ ਕੱਤ ਛਪੀ ਹੈ। ਵਸਤਰਨ ਵਿਖੇ ਲਪੇਟ ਕੇ ਵਸਤਰਾਂ ਦੇ ਵਿੱਚ ਸੁੰਦਰ ਚਾਦਰ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦੇ ਸੀਸ ਨੂੰ ਲਪੇਟ ਕੇ ਲੀਨੋ ਨਿਜ ਸਿਰ ਧਾਰ ਆਪਣੇ ਸਿਰ ਦੇ ਉੱਪਰ ਗੁਰੂ ਪਾਤਸ਼ਾਹ ਜੀ ਦਾ ਸੀਸ ਰੱਖ ਲਿਆ ਹੈ। श्रवणत परो नह मग बिख्या निस मह नह दरबार। ਹਾਂਜੀ, ਕਹਿੰਦੇ ਵੀ ਮਹਾਰਾਜ ਜੀ ਮੈਨੂੰ ਰਸਤੇ ਦੇ ਵਿੱਚ ਚੱਲਦਿਆਂ ਕੋਈ ਥਕਾਵਟ ਨਹੀਂ ਸੀ ਹੁੰਦੀ। ਮੈਂ ਬੜੀ ਕਾਹਲੀ ਦੇ ਨਾਲ ਮਹਾਰਾਜ ਸਾਹਿਬ ਜੀ ਦਾ ਸੀਸ ਲੈ ਕੇ ਆ ਰਿਹਾ ਤੇ ਕੋਈ ਵੀ ਮੈਨੂੰ ਡਰ ਨਹੀਂ ਸੀ ਪੈ ਰਿਹਾ। ਮੈਂ ਬੇਡਰ ਹੋ ਕੇ ਸਤਿਗੁਰੂ ਸਾਹਿਬ ਜੀ ਦਾ ਸੀਸ ਆਪਣੇ ਸੀਸ ਦੇ ਉੱਪਰ ਟਿਕਾ ਕੇ ਰਸਤੇ ਰਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦਾ ਹੋਇਆ ਹਿਰਦਾ ਬੈਰਾਗ ਨਾਲ ਭਰਿਆ ਹੋਇਆ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲਿਆ ਰਿਹਾ। ਹਾਂਜੀ, होए निशंक एक मन चलियो हुतो हुक्म जिस भार। ਕਹਿਣ ਲੱਗੇ ਜਿਵੇਂ ਗੁਰੂ ਮਹਾਰਾਜ ਸਾਹਿਬ ਜੀ ਦਾ ਮੈਨੂੰ ਹੁਕਮ ਹੋਇਆ ਸੀ ਕਿ ਦਿਨ ਰਾਤ ਇੱਕ ਕਰਕੇ ਤੂੰ ਚੱਲਦੇ ਰਹਿਣਾ, ਰਸਤੇ ਦੇ ਵਿੱਚ ਠਹਿਰਨਾ ਨਹੀਂ ਹੈ, ਤਾਂ ਰਹਿਤ ਡਰ ਤੋਂ ਰਹਿਤ ਹੋ ਕੇ ਮੈਂ ਚੱਲਿਆ ਰਿਹਾ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਆਉਂਦਾ ਰਿਹਾ। ਹਾਂਜੀ, मोह समझो जिम गुरु बिन शंका तिम कीन। ਵਿਸਰਾਮ ਠੀਕ ਲਾ। ਮੋਹੇ ਸਮਝੋ ਜਿਮ ਗੁਰੂ, ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਸਮਝਾਇਆ ਸੀ, ਬਿਨ ਸ਼ੰਕਾ ਤਿਮ ਕੀਨ, ਮੈਂ ਉਸੇ ਤਰ੍ਹਾਂ ਹੀ ਸ਼ੰਕਾ ਦੇ ਰਹਿਤ ਹੋ ਕੇ पै सहायक आप ही एक जस मोह कहो दीन। ਗੁਰੂ ਮਹਾਰਾਜ ਸਾਹਿਬ ਜੀ ਆਪ ਹੀ ਮੇਰੇ ਸਹਾਇਕ ਬਣੇ ਹਨ। ਮੈਨੂੰ ਤਾਂ ਕੇਵਲ ਵਡਿਆਈ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਮੈਨੂੰ ਆਪ ਬਖਸ਼ਿਆ ਹੈ ਆਪਣੇ ਦਰ ਤੇ। ਇਸ ਕਰਕੇ ਮੈਨੂੰ ਬਖਸ਼ ਕੇ ਇਹ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਲਿਆਉਣ ਦੀ ਸੇਵਾ ਬਖਸ਼ ਦਿੱਤੀ, ਇਹ ਮੈਨੂੰ ਵਡਿਆਈ ਦੇ ਦਿੱਤੀ। ਹਾਂਜੀ, पहुंचायो तह ते निकस राखे खरे अनेक।
ਕਹਿਣ ਲੱਗੇ ਅਨੇਕਾਂ ਹੀ ਰਾਖੇ ਖੜੇ ਸਨ, ਪਰ ਗੁਰੂ ਜੀ ਆਪ ਸਹਾਈ ਹੋਏ ਤਾਂ ਮੈਂ ਇੱਥੇ ਤੱਕ ਦਿੱਲੀ ਤੋਂ ਸਤਿਗੁਰੂ ਜੀ ਦਾ ਸੀਸ ਪਹੁੰਚਦਾ ਕੀਤਾ। ਤਿਲਕ ਜਨੇਊ ਹਿੰਦ ਕੀ ਰਾਖੀ ਸਤਿਗੁਰ ਟੇਕ। ਗੁਰੂ ਮਹਾਰਾਜ ਸਾਹਿਬ ਜੀ ਨੇ ਹਿੰਦੂਆਂ ਦੇ ਤਿਲਕ ਦੀ ਅਤੇ ਹਿੰਦੂਆਂ ਦੇ ਜਨੇਊ ਦੀ ਦੋਵਾਂ ਦੀ ਆਪ ਰੱਖਿਆ ਕੀਤੀ ਹੈ, ਕਿਉਂਕਿ ਹਿੰਦੂਆਂ ਦੇ ਧਰਮ ਦੇ ਜਨੇਊ ਤੇ ਚਿੰਨ੍ਹ ਦੋਵੇਂ ਜਨੇਊ ਤੇ ਤਿਲਕ ਦੋਵੇਂ ਚਿੰਨ੍ਹ ਹਨ। ਉਹਨਾਂ ਚਿੰਨ੍ਹਾਂ ਦੇ ਆਧਾਰਿਤ ਉਹਨਾਂ ਦਾ ਧਰਮ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਔਰੰਗਜ਼ੇਬ 1.25 ਮਣ ਜਨੇਊ ਰੋਜ਼ 50 ਕਿਲੋ ਜਨੇਊ ਰੋਜ਼ ਲਾ ਦਿੰਦਾ ਸੀ। ਇੰਨੇ ਰੋਜ਼ ਹਿੰਦੂਆਂ ਨੂੰ ਕਤਲ ਕਰ ਦਿੰਦਾ ਸੀ ਇਸਲਾਮ ਵਿੱਚ ਲਿਆਉਣ ਵਾਸਤੇ। ਤਾਂ ਉਹਨੇ ਨੀਤੀ ਵੀ ਇਹੀ ਬਣਾਈ ਸੀ ਔਰੰਗਜ਼ੇਬ ਨੇ ਕਿ ਕਸ਼ਮੀਰ ਦੇ ਵਿੱਚ, ਜਿਵੇਂ ਪੁਰਾਣੇ ਸਮੇਂ ਵਿੱਚ ਪਟਨਾ ਸਾਹਿਬ ਦੇ ਕੋਲੇ ਨਲੰਦਾ ਸ਼ਹਿਰ ਹੈ, ਉੱਥੇ ਨਲੰਦਾ ਯੂਨੀਵਰਸਿਟੀ ਹੁੰਦੀ ਸੀ ਉਸ ਵੇਲੇ। ਉਹ ਸਭ ਤੋਂ ਜ਼ਿਆਦਾ ਪੜ੍ਹਾਈ ਦੀ ਜਿਹੜੀ ਤਰਤੀਬ ਸੀ ਉਹ ਨਲੰਦਾ ਯੂਨੀਵਰਸਿਟੀ ਵਿੱਚ ਸੀ ਉਸ ਵੇਲੇ ਜਾਣੀ ਜਾਂਦੀ। ਅਹਿਮੀਅਤ ਲੋਕ ਦਿੰਦੇ ਸਨ ਉਸ ਯੂਨੀਵਰਸਿਟੀ ਨੂੰ ਬਹੁਤ, ਕਿ ਨਲੰਦਾ ਵਿੱਚ ਜਾ ਕੇ ਜੇ ਪੜ੍ਹਾਈ ਕਰਦਾ ਹੈ ਤੇ ਬੜਾ ਉਹਨੂੰ ਹੁਸ਼ਿਆਰ ਮੰਨਿਆ ਜਾਂਦਾ ਸੀ, ਉਹਨੂੰ ਬੜਾ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਸੀ। ਸੋ ਹੌਲੀ ਹੌਲੀ ਸਮਾਂ ਵਰਤਿਆ ਕਿ ਉਹ ਹੀ ਸਮਾਂ ਸੀ ਜਦੋਂ ਕਸ਼ਮੀਰ ਦੇ ਵਿੱਚ ਜਿੰਨੀ ਵੀ ਮਹਿੰਗੀ ਵਿੱਦਿਆ ਹੈ, ਜਿੰਨੀ ਵੀ ਔਖੀ ਵਿੱਦਿਆ ਉਹ ਕਸ਼ਮੀਰ ਵਿੱਚ ਪੜ੍ਹਾਈ ਜਾਂਦੀ ਸੀ। ਪੰਡਤ ਲੋਕ, ਬ੍ਰਾਹਮਣ ਲੋਕ ਜ਼ਿਆਦਾਤਰ ਕਸ਼ਮੀਰ ਵਿੱਚ ਰਹਿੰਦੇ ਸਨ, ਕਿਉਂਕਿ ਉੱਥੇ ਦਾ ਵਾਤਾਵਰਨ, ਮੌਸਮ ਬੜਾ ਵਧੀਆ, ਉੱਥੇ ਗਰਮੀ ਨਹੀਂ ਸੀ ਆਉਂਦੀ, ਉੱਥੇ ਫਰੂਟ ਆਦਿਕ ਹੋਰ ਬੇਅੰਤ ਇਹੋ ਜਿਹੇ ਸਾਧਨ ਸਨ, ਬਹੁਤ ਸਹੂਲਤਾਂ ਸਨ ਕਸ਼ਮੀਰ ਦੇ ਵਿੱਚ ਰਹਿਣ ਵਾਸਤੇ। ਇਸ ਕਰਕੇ ਪੜ੍ਹੇ ਲਿਖੇ ਵਿਦਵਾਨ ਪੰਡਤ ਲੋਕ ਜ਼ਿਆਦਾ ਕਸ਼ਮੀਰ ਵਿੱਚ ਰਹਿੰਦੇ। ਤਾਂ ਔਰੰਗਜ਼ੇਬ ਨੇ ਧਰਮ ਦਾ ਜਿਹੜਾ ਪ੍ਰਚਾਰ ਹੈ ਉਹ ਵਿਦਵਾਨਾਂ ਰਾਹੀਂ ਹੁੰਦਾ ਹੈ, ਜਿੱਥੇ ਵਿਦਵਾਨ ਲੋਕ ਰਹਿੰਦੇ ਹੋਣ। ਔਰੰਗਜ਼ੇਬ ਨੇ ਨੀਤੀ ਇਹ ਧਾਰੀ ਸੀ ਕਿ ਪਹਿਲਾਂ ਜਿੱਥੋਂ ਇਹ ਧਰਮ ਦਾ ਪ੍ਰਚਾਰ ਕਰਦੇ ਹਿੰਦੂ ਧਰਮ ਦੇ ਵਿਦਵਾਨ ਰਹਿੰਦੇ, ਉੱਥੇ ਦੇ ਸਦਕੇ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਪਹਿਲਾਂ ਉਹ ਰਾਹ ਬੰਦ ਕਰੋ। ਕਸ਼ਮੀਰ ਦੇ ਵਿੱਚ ਜਿੰਨੇ ਪੰਡਤ ਰਹਿੰਦੇ ਸੀ ਉਹਨਾਂ ਨੂੰ ਸੱਦ ਕੇ ਪੁੱਛਿਆ ਜਾਂਦਾ ਕਿ ਤੁਹਾਨੂੰ ਇਸਲਾਮ ਵਿੱਚ ਤੁਸੀਂ ਪਰਿਵਰਤਨ ਕਰਨਾ ਹੈ ਜਾਂ ਜਾਨ ਗਵਾਉਣੀ ਹੈ। ਆਪਣੀ ਜਾਨ ਬਚਾਉਣੀ ਹੈ ਤਾਂ ਮੁਸਲਮਾਨ ਬਣ ਜਾਓ। ਜਦੋਂ ਨਾ ਮੰਨਦੇ ਤਾਂ ਉਹਨਾਂ ਨੂੰ ਮਾਰਿਆ ਜਾਂਦਾ, ਕਤਲ ਕੀਤਾ ਜਾਂਦਾ। 50 ਕਿਲੋ ਜਨੇਊ ਰੋਜ਼ ਲਾ ਦਿੱਤੇ ਜਾਂਦੇ। ਇਸ ਕਰਕੇ ਉਹ ਡਰਦੇ ਮਾਰੇ ਹੋਏ ਜਦੋਂ ਕਿਸੇ ਨੇ ਉਹਨਾਂ ਦੀ ਬਾਹ ਨਾ ਫੜੀ, ਅਮਰਨਾਥ ਜਾ ਕੇ ਉਹਨਾਂ ਨੇ ਉੱਥੇ ਪੂਜਾ ਪ੍ਰਤਿਸ਼ਠਾ ਕੀਤੀ ਤਾਂ ਉੱਥੇ ਪੱਤਰੀ ਬਣਵਾਈ ਤਾਂ ਉਹਦੇ ਵਿੱਚ ਲਿਖਿਆ ਆਇਆ, ਗੁਰੂ ਨਾਨਕ ਸਾਹਿਬ ਜੀ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਰਾਜ ਰਹੇ ਹਨ। ਜਾਓ, ਜਾ ਕੇ ਉਹਨਾਂ ਕੋਲੇ ਬੇਨਤੀ ਕਰੋ, ਉਹ ਤੁਹਾਡੇ ਧਰਮ ਦੀ ਰੱਖਿਆ ਕਰਨਗੇ, ਤੁਹਾਨੂੰ ਬਚਾਉਣਗੇ, ਤੁਹਾਡੇ ਧਰਮ ਦੇ ਚਿੰਨ੍ਹ ਬਚਾਉਣਗੇ, ਤੁਹਾਡਾ ਧਰਮ ਬਚ ਜਾਵੇਗਾ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕੋਲੇ ਆ ਕੇ ਉਹਨਾਂ ਨੇ ਆਪਣੇ ਤਿਲਕ ਤੇ ਜਨੇਊ ਨੂੰ ਰੱਖਣ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਸਾਡਾ ਧਰਮ ਰੱਖ ਲਵੋ। ਕਵਿਰਾਜ ਲਿਖਦੇ, ਤਿਲਕ ਜਨੇਊ ਹਿੰਦ ਕੀ, ਹਿੰਦੂ ਧਰਮ ਦਾ ਜਾਂ ਹਿੰਦੁਸਤਾਨ ਦਾ ਤਿਲਕ ਤੇ ਜਨੇਊ ਰੱਖਣ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ਼ਹਾਦਤ ਦਿੱਤੀ। ਆਪ ਸ਼ਹਾਦਤ ਦੇ ਕੇ ਹਿੰਦੁਸਤਾਨ ਦੇ ਤਿਲਕ ਤੇ ਜਨੇਊ ਨੂੰ ਰੱਖਿਆ। ਹਾਂਜੀ, ਖਲ ਹਲ ਦਿੱਲੀ ਮੋਹ ਪਰਿਓ, ਮੋਹ ਕੋ ਸੁਧ ਕੁਛ ਨਾਹੀ। ਕਹਿਣ ਲੱਗੇ ਕਵਿਰਾਜ ਜੀ ਲਿਖਦੇ ਵੀ ਭਾਈ ਜੈਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਜੀ ਵੀ ਇਹੀ ਗੱਲ ਮੈਨੂੰ ਪਤਾ ਹੈ, ਮੈਥੋਂ ਬਾਅਦ ਵਿੱਚ ਦਿੱਲੀ ਦੇ ਵਿੱਚ ਕੀ ਹਲਚਲ ਮੱਚੀ, ਕੀ ਰੌਲਾ ਹੋਇਆ, ਉਹਦੇ ਬਾਰੇ ਨਹੀਂ ਮੈਨੂੰ ਕੁਝ ਵੀ ਪਤਾ। ਹਾਂਜੀ, ਬੁਝੋ ਨੀਕੇ ਕਰਤ ਸੈ ਤਹਤ ਆਏ ਜੋ ਪ੍ਰਾਹੇ। ਕਹਿੰਦੇ ਉੱਥੇ ਜੋ ਕੁਝ ਵੀ ਵਰਤਿਆ, ਉਹ ਜਿਹੜਾ ਕੋਈ ਉੱਥੇ ਪਿੱਛੋਂ ਸੀ ਕੋਈ ਗੁਰਸਿੱਖ, ਉਹਨੂੰ ਚੰਗੀ ਤਰ੍ਹਾਂ ਪੁੱਛ ਲਵੋ। ਉੱਥੇ ਦੇਖਣ ਵਾਲਾ, ਰਹਿਣ ਵਾਲਾ, ਜਿਹਨੇ ਉਹ ਵਰਤਾਰਾ ਹੰਢਾਇਆ ਉਹੀ ਦੱਸ ਸਕਦਾ ਬਾਅਦ ਵਿੱਚ ਕੀ ਵਰਤਿਆ। ਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਲਿਹਾਉਣ ਤੱਕ ਜਿਹੜਾ ਸਾਰਾ ਵਰਤਾਰਾ ਸੀ ਮੈਂ ਆਪ ਜੀ ਨੂੰ ਸੁਣਾ ਦਿੱਤਾ, ਦੱਸ ਦਿੱਤਾ। ਇਸ ਤਰ੍ਹਾਂ ਭਾਈ ਜੈਤਾ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਾਰਾ ਕੁਝ ਦੱਸਿਆ। ਫਿਰ ਜਿਵੇਂ ਉੱਥੇ ਬਜ਼ੁਰਗਾਂ ਨੇ, ਦਿੱਲੀ ਦੇ ਰਹਿਣ ਵਾਲੇ ਸੀ ਜਿਹੜੇ, ਗੁਰੂ ਮਹਾਰਾਜ ਸਾਹਿਬ ਜੀ ਨੇ ਉਹਨਾਂ ਕੋਲੋਂ ਵੀ ਪਤਾ ਕੀਤਾ। ਉਹਨਾਂ ਨੇ ਜਿਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਨੂੰ ਆ ਕੇ ਦੱਸਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ, ਕਿ ਬਾਅਦ ਵਿੱਚ ਕਿਵੇਂ ਸਤਿਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ, ਕਿਵੇਂ ਲੋਕਾਂ ਵਿੱਚ ਹਾਹਾਕਾਰ ਮੱਚੀ ਰਹੀ। ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਸਾਰੇ ਪ੍ਰਚਾਰਕਾਂ ਨੂੰ ਮਸੰਦਾਂ ਨੂੰ ਇਕੱਠੇ ਕੀਤਾ। ਸਾਰੇ ਜਿੰਨੇ ਵੀ ਭੱਲੇ ਤ੍ਰੇਹਣ ਗੋਤ ਆਦਿਕ ਦੇ ਸਾਰੇ ਸਨ, ਉਹਨਾਂ ਸਭ ਨੂੰ ਇਕੱਠੇ ਕੀਤਾ। ਕੋਲੇ ਸੱਦ ਕੇ ਮਹਾਰਾਜ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਦੀ ਰਣਨੀਤੀ ਤਿਆਰ ਕਰਨ ਵਾਸਤੇ ਸਿੱਖਾਂ ਨਾਲ ਸਲਾਹ ਮਸ਼ਵਰੇ ਕੀਤੇ। ਇਹ ਪ੍ਰਸੰਗ ਕੱਲ੍ਹ ਨੂੰ ਆਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮ ਕਰਨ। ਸਤਿਗੁਰੂ ਜੀ ਦਾ ਪਾਵਨ ਗੁਰ ਇਤਿਹਾਸ ਸਾਡੇ ਹਿਰਦੇ ਵਿੱਚ ਵਸੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਣ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਹਾਂਜੀ। ਹਲ ਹਲ ਦਿਗਲੀ ਮੋਹ ਪਰਿਓ, ਮੋਹ ਕਹੋ ਸੁਧ ਕੁਛ ਨਾਹੀ। ਬੁਝ ਹੋ ਨਿਕੇ ਕਰ ਦਿਸੈ, ਤਹਿਤੇ ਆਹੇ ਜੋ ਪ੍ਰਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣੇ ਆਈਆ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣ। ਅੰਗੀਕਾਰ ਉਹ ਕਰੇ ਤੇਰਾ, ਕਾਜ ਸਭ ਸਵਾਰਣ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸਾਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀ ਇਹ ਵਡਿਆਈਆ, ਕਹੈ ਨਾਨਕ ਸੁਣੋ ਸੰਤੋ।